ਗਾਣਾ ਆਂਦਾ ਹੈ? ਕੁਛ ਵੀ ਨਹੀਂ ਆਉਂਦਾ। ਕੁਛ ਵੀ ਨਹੀਂ ਆਂਦਾ। ਕਾਹਦੇ ਲਈ ਫਿਰਨਾ ਆਂਦਾ? ਕੀ ਕਰਨ ਆਇਆ? ਫਿਰਨ ਆਇਆ? ਸਲਾਮ ਕਰਨ ਆਏ ਦਾਦਾ ਸਾਹਿਬ। ਸਲਾਮ ਅਲੈਕਮ ਜੀ। ਤੇ ਕੀ ਨਾਂ ਹੈ ਤੁਹਾਡਾ? ਸਲਾਮ। ਮੇਰਾ ਨਾਮ ਜੀ ਸੈयद ਨਾਜ਼ਰ ਹੁਸੈਨ ਸ਼ਾਹ ਬੁਖਾਰੀ ਸਿਆਲਵੀ ਹੈ ਜੀ। ਤੁਸੀਂ ਹਕੂਮਤ ਵਾਸਤੇ ਸ਼ਰੀਫ ਦਾ ਰਹਿਣ ਵਾਲਾ ਜੀ। ਮਾਸ਼ਾਅੱਲਾ। ਪੈਟਰੋਲ ਜਿਹੜਾ ਉਹ 150 ਤੋਂ ਯਾਨੀ 250 ਤੋਂ ਹਾਂ ਉਹ ਸਾਰਾ ਕੁਝ ਇਹਨਾਂ ਹੈ। ਜਿਸ ਮੁਲਕ ਦੇ ਵਿੱਚ ਜਿਹੜਾ ਮੁਨਸਿਫ ਇਨਸਾਫ ਨਾ ਦੇ ਸੰਗੇ ਉਹ ਫਿਰ ਮੁਲਕ 'ਚ ਰਹਿਣਾ ਹੀ ਨਹੀਂ ਚਾਹੀਦਾ। ਇਹਨਾਂ ਨੂੰ ਚਾਹੀਦਾ ਨਾ ਛੱਡ ਜਾਣੇ। ਚੋਰ ਫਿਰੌਨ ਜਦੋਂ ਬਹਿ ਜਾਵੇ ਹਕੂਮਤ ਉਹ ਹਕੂਮਤ ਕਰਤੇ ਹੀ ਛੱਡਦੇ, ਉਹ ਨਹੀਂ ਜਾਂਦੇ। ਜੋ ਸਲਾਮ ਅਲੈਕਮ ਜੀ। ਤੇ ਕੀ ਨਾਂ ਹੈ ਤੁਹਾਡਾ? ਸਲਾਮ। ਮੇਰਾ ਨਾਮ ਜੀ ਸैयद ਨਾਜ਼ਰ ਹੁਸੈਨ ਸ਼ਾਹ ਬੁਖਾਰੀ ਸਿਆਲਵੀ ਹੈ ਜੀ। ਤੁਸੀਂ ਹਕੂਮਤ ਵਾਸਤੇ ਸ਼ਰੀਫ ਦਾ ਰਹਿਣ ਵਾਲਾ ਜੀ। ਮਾਸ਼ਾਅੱਲਾ। ਬਾਰੇ ਚ ਹਕੂਮਤ ਮੇਰੇ ਧਿਆਨ ਜਿੰਨਾ ਪਾਕਿਸਤਾਨ ਜਦੋਂ ਦਾ ਬਣਿਆ ਹੈ ਨਾ ਅੱਜ ਤੱਕ ਇਸ ਤੋਂ ਕਰਪਟ ਔਰ ਜ਼ਲੀਲ ਹਕੂਮਤ ਮੈਂ ਵੇਖਣੀ ਨਹੀਂ। ਇਹ ਇਤਨੀ ਹਕੂਮਤ ਗਰੀਬ ਵਾਸਤੇ ਨਵਾਲਾ ਕੀ ਸਾਰਾ ਕੁਝ ਛੀਨ ਲਿਆ। ਪੈਟਰੋਲ ਜਿਹੜਾ ਉਹ 150 ਤੋਂ ਯਾਨੀ 250 ਤੋਂ ਹਾਂ ਉਹ ਸਾਰਾ ਕੁਝ ਇਹਨਾਂ ਇਸ ਹਕੂਮਤ ਨੇ ਪਾਕਿਸਤਾਨ ਦਾ ਬੇੜਾ ਗਰਕ ਕਰ ਦਿੱਤਾ। ਜਿਸ ਮੁਲਕ ਦੇ ਵਿੱਚ ਜਿਹੜਾ ਮੁਨਸਿਫ ਇਨਸਾਫ ਨਾ ਦੇ ਸੰਗੇ ਉਹ ਫਿਰ ਮੁਲਕ 'ਚ ਰਹਿਣਾ ਹੀ ਨਹੀਂ ਚਾਹੀਦਾ। ਜਿੰਦੇ ਤੇ ਬਾਰ-ਬਾਰ ਲਾਹਨਤਾਂ ਪਾਉਂਦੀਆਂ ਪਈਆਂ ਲਾਹਨਤਾਂ। ਸੁਣ ਲਵੋ। ਐਜ਼ੀਸਾ ਤੇ ਲਾਹਨਤਾਂ ਪਈਆਂ ਅਸਾਂ ਨਹੀਂ ਪਾਈਆਂ ਜਿਨ੍ਹਾਂ ਪਾਈਆਂ ਨੂੰ ਨੇ ਗੱਲ ਕਰਦੇ ਪਏ। ਬਿਲਕੁਲ ਬਿਲਕੁਲ। ਉਹਨੂੰ ਚਾਹੀਦਾ ਕਿ ਜਦੋਂ ਯਾਹਿਆ ਨੂੰ ਕੁੱਤਾ ਆਖਿਆ ਨਾ ਯਾਹਿਆ ਨੇ ਛੱਡ ਦਿੱਤੀ। ਉਸਾ ਕੌਣ ਯਾਹਿਆ ਹਕੂਮਤ ਨਹੀਂ ਕਰ ਸਕਦਾ। ਅਯੂਬ ਨੇ ਉਸਾ ਕਹਿੰਦੇ ਮੈਂ ਹੁਣ ਕੁੱਤਾ ਮੈਂ ਹੁਣ ਹਕੂਮਤ ਨਹੀਂ ਕਰ ਸਕਦਾ। ਇਹਨਾਂ ਨੂੰ ਚਾਹੀਦਾ ਨਾ ਛੱਡ ਜਾਣੇ। ਚੋਰ ਫਿਰੌਨ ਜਦੋਂ ਬਹਿ ਜਾਵੇ ਹਕੂਮਤ ਉਹ ਹਕੂਮਤ ਕਰਤੇ ਹੀ ਛੱਡਦੇ, ਉਹ ਨਹੀਂ ਜਾਂਦੇ। ਜੋ ਹਕੂਮਤ ਗਰੀਬ ਨੂੰ ਯਾਨੀ ਕਿ ਜੁੱਤੀਆਂ ਅੱਜ ਜਿਤਨੇ ਗਰੀਬ ਹਨ ਆ ਪਨਾਗਾ ਚਲਦੀ ਆਈ ਜੀ ਜੀ ਖਾ ਲੈਂਦੇ ਜਾਂਦੇ ਆ। ਇਹਨਾਂ ਜਨਾਬ ਇਹ ਵੀ ਬੰਦ ਕਰ ਛੱਡੀਆਂ। ਅੱਲਾਹੁ ਅਕਬਰ। ਯਾਨੀ ਕਿ ਗਰੀਬ ਨੂੰ ਇਹਨਾਂ ਰਹਿਣ ਹੀ ਨਹੀਂ ਦੇਣਾ। ਇਹਨਾਂ ਆਖਣਾ ਮਰੋ ਖਪੋ ਜੋ ਮਰਜ਼ੀ ਕਰੋ। ਸਿਰਫ ਇੱਕਾ ਗੱਲ ਹੈ ਕਿ ਉਹ ਆਂਦੇ ਨੇ ਬਸ ਸਾਡੀਆਂ ਜਦਾਦਾਂ ਬਾਹਰ। ਅਸਲ ਤਾਂ ਮੁਲਕ ਆਪਣੀਆਂ ਜੇਬਾਂ ਭਰਦੇ ਪਏ ਨੇ। ਮੁਲਕ ਦਾ ਪਿਆਰ ਕਰਨ ਵਾਲਾ ਉਹ ਇਨਸਾਨ ਹੈ ਜਿਹੜਾ ਮੁਲਕ 'ਚ ਸਾਰਾ ਕੁਝ ਲੈ ਆਵੇ। ਬਿਲਕੁਲ ਬਿਲਕੁਲ। ਜਿਹੜਾ ਮੁਲਕ ਤੋਂ ਬਾਹਰ ਲੈ ਜਾਂਦਾ ਨਾ ਉਹ ਪਾਕਿਸਤਾਨੀ ਨਹੀਂ ਹੈ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤਾੜੀਆਂ। ਮੈਂ ਕਹਿਣਾ ਚਾਹਨਾ ਕਿ ਉਹਨਾਂ ਨੂੰ ਚਾਹੀਦਾ ਅਗਰ ਇੱਦਾਂ ਮੁਹੱਬਤ ਵਤਨ ਹੈਨ ਸਾਰੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਬਿਲਕੁਲ ਬਿਲਕੁਲ ਦੇ ਵਿੱਚ ਜਿਹੜੇ ਸ਼ਾਮਿਲ ਹਨ ਸਾਰੇ ਇਹਨਾਂ ਨੇ ਜੋ ਅਰਬਾਂ ਰੁਪਏ ਬੋਲੀ ਲਾ ਤੇ ਕਾਨੂੰਨ ਪਾਸ ਕਰਾ ਲਿਆ। ਉਹ ਜੋ ਅਰਬਾਂ ਰੁਪਏ ਜਿਹੜੇ ਉਹ ਕਿਸੇ ਗਰੀਬ ਤੇ ਕਰਨ ਇੱਕ ਆ ਦੋ ਪੁਲ ਬਣਾ ਲੈਣਾ ਜਾਂ ਆ ਮੈਟਰੋ ਜਾਂ ਔਰੇਂਜ ਟ੍ਰੇਨ ਇਹ ਸਾਰਾ ਬਣਾ ਲੈਣਾ। ਕੋਈ ਇਹ पाकिस्तान की तरक्की नहीं है। कोई तरक्की नहीं मतलब। कौम बनाओ। नबी करीम सल्लल्लाहु अलैहि वसल्लम ने कौन सा पुल बनाया था? बिल्कुल सही। नबी करीम सल्लल्लाहु अलैहि वसल्लम किसी पुल बनाया है? कारपेट बनाया है? आप सरकार ने सब तो पहले कौम बनाई है। इन्होंने चाहिए कौम बनाना पहले ये इतों लुटते हैं जदाद। हुण मियाँ साहब नूं असीं सलूट दोवां हत्थां नाल कहने मेरा यार मियाँ मुहम्मद नवाज शरीफ जिहड़ा हफ्ते बाद बाहर लंदन उसी उन्हें वापसी कोई नहीं आना। क्यों? कानून पास कराना इन्हें जान ही नहीं देना। होती तो जेती तो उन्हें बाहर जाना नहीं आ। कानून पास हो गया हुण उन्हें बाहर जाना। यानी कि जिंदे धी पुत्र इलाज वास्ते इतने सानू आंदे हस्पताल एक हॉस्पिटल ही कोई नहीं जिथे ये लियांदा इत्थे इलाज हो संगे। कोई नहीं इलाज हुंदा। इलाज तुसी मेरा वालिद साहब बीमार होया विक्टोरिया हॉस्पिटल बहावलपुर दाखिल होया 2,81,000 बिल बनया। आ दाता साहब की नगरी ते एक सैयद आले नबी उलादे अली खड़ा है। आ सैयद का कार्ड पढ़ लो चैनमैन सैयद हाँ। मैं जिस वे उन्होंने डॉक्टर ने आख्या कि जनाब मेरे को तो पैसे ही नहीं हैं तो डॉक्टर ने आखा तेरे वालिद साहब का कार्ड बनया है। मैं आखा जी अलहमदुलिल्लाह बनया है। उसा का कार्ड दे कार्ड दिता। उसा का लै तेरे पैसे अदा। मैं आखा किमें हो गए किन्ने अदा किए? उसा का जी तुहाडे वालिद दा सेहत कार्ड बनया। मैं माशाअल्लाह 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 जिन्हें सानू सेहत कार्ड दिता जदों दा पाकिस्तान बनया कि कोई एक बंदा कहे कि जनाब सेहत सवाते सानू कोई सहूलत दी है। ये तो आंदे हस्पताल फलाना बन गया ढींग बन गया। सानू इन्हां तो डर डूर सब झूठे सब झूठे। आनी है इत्थे आनी है और कबारे च जाना है। कोई जदादा नहीं जाना खाली पेट जाना है। खाली अच्छा नमाज पढ़नी नहीं आती। काबे जामन ते कुर्सी ते बह जाते हैं उत्थे जदा सरकार मदीना सल्लल्लाहु अलैहि वसल्लम ते सजदा ही नसीब नहीं होंदा। सही कह रहे ने। मुल्क दी जिहड़ी करप्ट तरीन हुकूमत है ना वो ये है ए मौजूदा हुकूमत। मैं यकीन करो काबे की कसम खाते ना ये सब तो वड्डी करप्ट है। मैनू यकीन करो 43,000 बिल आया है तो चलदा अल्लाहु अकबर मोटर दो बल्ब 43-44,000 बिल आया तो मेरी आमदन कितनी है 31,000। यानी कि इस हुकूमत ने आधे सारे मुल्क बने ना किसी गरीब वास्ते सोच किसे हस्ते नहीं सोच। हस्पताल इतने बनाए हैं किधरे आधा ही इलाज करा लें सारे। धी बीमार चलो जी लंदन, बेटा बीमार, नानी बीमार, मामी बीमार, चाची बीमार, मामा सारे ही लंदन। तो एक होर दसा ए थोड़ी जी खबर लाजमी लाना
ਇਹ ਜਾਤੀ ਉਮਰਾ ਇੱਥੇ ਬਣਾ ਕਿਉਂ ਹੈ ਜੀ? ਇੰਡੀਆ ਦਾ ਇੱਕ ਗਾਉਂ ਆ ਜਿੱਥੇ ਇਹ ਰਹਿੰਦੇ ਹੁੰਦੇ ਆ, ਮੀਆਂ ਰਮਜ਼ਾਨ ਉਹਦਾ ਨਾਮ, ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੇ ਵਾਲਿਦ ਦਾਦਾ ਮੁਹੰਮਦ ਰਮਜ਼ਾਨ ਹੁੰਦਾ, ਉਹ ਜਾਤੀ ਉਮਰੇ ਰਹਿੰਦੇ ਆ। ਉਹ ਜਾਤੀ ਉਮਰਾ ਪਿੰਡ ਆ, ਅੱਲਾ ਨੇ ਇੱਥੇ ਜਾਤੀ ਉਮਰਾ ਉਹਨਾਂ ਨੂੰ ਬਣਾ ਤੇ ਦੇ ਦਿੱਤਾ, ਉਹਨਾਂ ਬਣਾ ਲਿਆ ਦਾ, ਉਹਦੇ 'ਚ ਕਿਹੜੀ ਗੱਲ ਹੈ? ਅੱਛਾ, ਉਹਨਾਂ ਨੇ ਇਹ ਸੋਚਣਾ ਚਾਹੀਦਾ ਕਿ ਜਿੰਨੀ ਜਦਾਦ ਹੈ ਉਹ ਜੋ ਪਾਕਿਸਤਾਨ ਲੈਣ ਤਾਂ ਪਾਕਿਸਤਾਨ ਤਾਰ ਨਾ ਜਾਵੇ। ਜ਼ਰਦਾਰੀ ਸਾਹਿਬ ਜੋ ਸਾਰੀ ਜਦਾਦ ਇੱਥੇ ਲੈ ਆਵੇਂ, ਉਹ ਮਹਤਰਮਾ ਬੇਨਜ਼ੀਰ ਭੁੱਟੋ ਇੱਥੇ ਰੋਜ਼ਾਨਾ ਕਤਲ ਹੁੰਦੇ ਨੇ, ਸ਼ਹੀਦ ਹੋ ਜਾਂਦੇ। ਮੈਂ ਕਤਲ ਹੋ ਜਾਵਾਂ ਸ਼ਹੀਦ ਹੋ ਜਾਣਾ? ਨਹੀਂ ਹੁੰਦਾ। ਭੁੱਟੋ ਕਿਹੜਾ ਸ਼ਹੀਦ ਹੈ ਜੀ ਦੱਸੋ? ਫਾਂਸੀ ਚੜ੍ਹ ਗਈ ਸ਼ਹੀਦ ਹੈ? ਹਜ਼ਾਰਾਂ ਫਾਂਸੀਆਂ ਚੜ੍ਹਦੇ ਨੇ ਸ਼ਹੀਦ ਹੈ। ਮੋਹਤਰਮਾ ਬੇਨਜ਼ੀਰ ਭੁੱਟੋ ਨੂੰ ਗੋਲੀਆਂ ਵੱਜੀਆਂ, ਉਹ ਸ਼ਹੀਦ ਹੈ? ਉਹ ਕਤਲ ਹੋਈ। ਕਤਲ ਹੋਈ। ਅਸੀਂ ਅੱਜ ਤਾਂ ਸਾਡੇ ਗਰੀਬ ਕਿੰਨੇ ਕਤਲ, ਉਹਨੂੰ ਕਦੇ ਤਮਕਾ ਮਿਲਿਆ ਕਿ ਆ ਸ਼ਹੀਦ ਹੋਈ? ਸਭ ਤੋਂ ਵੱਡਾ ਇਸ ਮੁਲਕ 'ਚ ਇਹੋ ਹੈ ਕਿ ਜਿਹੜਾ ਸਭ ਤੋਂ ਵੱਡਾ ਡਾਕੂ ਹੈ ਉਹਨੂੰ ਜਨਾਬ ਉਹ ਤਮਗਾ ਨਿਸ਼ਾਨੇ ਹੈਦਰ ਵੀ ਦਿੱਤਾ ਜਾਂਦਾ ਹੈ। ਥੋੜੀ ਜਿਹੀ ਮੁਲਕ ਹੈ ਜਨਾਬ ਇਹੋ ਹੀ ਹੈ ਕਿ ਜਿਹੜਾ ਇਨਸਾਨ ਆਵੇ ਨਾ, ਅਗਰ ਉਹ ਅੱਲਾਹ ਤਾਲਾ ਰਸੂਲ ਨੂੰ ਮੰਨਦਾ ਹੈ, ਉਹ ਇਹਨਾਂ ਗਰੀਬਾਂ ਦੇ ਬਾਰੇ ਸੋਚੇ। ਜੇ ਨਹੀਂ ਸੋਚਦਾ ਤਿਵੇਂ ਸਮਝੋ ਸਭ ਤੋਂ ਵੱਡਾ ਦਹਿਸ਼ਤਗਰਦ ਇਸ ਮੁਲਕ ਨੂੰ ਤਬਾਹ ਕਰਨ ਵਾਲਾ ਉਹ ਸਭ ਤੋਂ ਵੱਡਾ ਬੇਗੈਰਤ ਇਨਸਾਨ ਹੈ, ਜਿਹੜਾ ਮੁਲਕ ਦਾ ਨਹੀਂ ਸੋਚਦਾ, ਜਿਹੜਾ ਇਸ ਮੁਲਕ ਦਾ ਨਹੀਂ ਸੋਚਦਾ। ਮਗਰ ਇਹ ਖਬਰ ਮੈਨੂੰ ਪਤਾ ਅਗਰ ਜਾਣੀ ਕੋਈ ਨਹੀਂ, ਮੈਨੂੰ ਵੀ ਪਤਾ ਹੈ, ਸਿਰਫ ਹੈ ਇੰਨੀ ਤੱਕ ਨਹੀਂ ਜਾਂਦੀ, ਮੈਨੂੰ ਪਤਾ ਹੈ। ਜਾਏਗੀ ਇਨਸ਼ਾਅੱਲਾ, ਜਾਏਗੀ ਇਨਸ਼ਾਅੱਲਾ ਜਾਏਗੀ। ਕਿ ਵੇਖੋ ਨਾ ਮੁੜ ਮੈਂ ਇੱਕ ਜਾਣਾ ਸਾਰੇ ਚੈਨਲਾਂ ਨੇ ਪੈਸੇ ਇੰਨੇ ਨੇ 2-2 4-4 ਕਰੋੜ 10-10 ਕਰੋੜ ਲੈਣ ਇੱਕ ਟੈਕ ਚਲਾਉਣ ਦਾ। ਉਹ ਤੁਸੀਂ ਮੈਨੂੰ ਤਾਂ ਕੋਈ ਨਹੀਂ ਪਤਾ ਹੁਣ ਤੁਸੀਂ ਕਿਹੜੇ ਚੈਨਲ। ਤੁਸੀਂ ਕਦੀ YouTube ਤੇ ਜਾ ਕੇ ਪਲਕ ਟਾਕ ਸ਼ੋ ਵੇਖੋ ਪੂਰੇ ਇੱਕ ਆ ਜੀ ਉਹ ਸਰਵਰ ਯਾਨੀ ਕਿ ਕੀ ਉਹਨੂੰ ਹੀ ਸ਼ੋਦਾ ਉਹਨਾਂ ਚੁੱਕ ਲਿਆ। ਦੱਸ ਉਹ ਸੱਚ ਵੀ ਖਾਂਦਾ ਤਾਂ ਉਹਨੂੰ ਚੁੱਕਾ ਇਹਨੇ, ਜਿਹੜੇ ਸੱਚ ਵੀ ਖਾਂਦੇ ਨੇ ਖਾਂਦਾ ਉਹਨੂੰ ਚੁੱਕ ਲਈ, ਉਹਨੂੰ ਚੁੱਕ ਲੈਂਦੇ ਨੇ ਜਿਹੜਾ ਸੱਚ ਵੀ ਖਾਂਦੇ। ਨਹੀਂ ਧੀ ਦੀ ਇੱਜ਼ਤ, ਨਹੀਂ ਭੈਣ ਦੀ ਇੱਜ਼ਤ, ਨਹੀਂ ਮਾਂ ਦੀ ਇੱਜ਼ਤ, ਕਿਸੇ ਦੀ ਵੀ ਇੱਜ਼ਤ ਕੋਈ ਨਹੀਂ ਇਸ ਦੌਰ ਇਸ ਹਕੂਮਤ ਦੀ, ਇਸ ਹਕੂਮਤ ਦੇ ਵਿੱਚ। ਇਸ ਹਕੂਮਤ ਦੀ ਸਾਡੀਆਂ ਆਦੀਆਂ ਧੀਆਂ ਭੈਣਾਂ ਚੁੱਕ। ਇੰਨੇ ਪਰੇਸ਼ਾਨ ਹਕੂਮਤ ਦੀ ਵਜ੍ਹਾ ਤੋਂ ਆਵਾਮ ਹੋਈ ਪਈ ਹੈ। ਸੁਣੋ ਅਰਸ਼ੇ ਸ਼ਰੀਫ ਉਹ ਜਿਹੜਾ ਕਤਲ ਹੋਇਆ, ਮੇਰਾ ਦੋਵਾਂ ਹੱਥਾਂ ਨਾਲ ਉਸ ਬੰਦੇ ਨੂੰ ਮਰਦੇ ਨੂੰ ਸਲਾਮ ਹੈ। ਉਹਨੇ ਆਖਿਆ ਉਸ ਆਖਾ ਤੁਹਾਡੇ ਬੈਡਰੂਮ ਤੱਕ ਹੀ ਤੁਹਾਡੇ ਘਰਾਂ ਤੱਕ ਵੀ ਇਹ ਹੱਥ ਜਾਣਗੇ। ਅੱਜ ਉਹ ਹਰ ਜਾ ਰਹੇ ਨੇ, ਅੱਜ ਜਾ ਰਹੇ ਨੇ, ਗੱਲਾਂ ਸੱਚੀਆਂ ਹੋ ਰਹੀਆਂ ਨੇ। ਕੋਈ ਵੀ ਮਹਿਫੂਜ਼ ਨਹੀਂ ਹੈ ਇਸ ਟਾਈਮ। ਯਾਨੀ ਕਿ ਤੁਸੀਂ ਆਖੋ ਨਾ ਸਾਡੀ ਧੀ ਭੈਣ, ਅਸੀਂ ਇੱਥੇ ਕਮਾਣ ਆਉਂਦੇ ਹਾਂ, ਸਾਨੂੰ ਕੋਈ ਨਹੀਂ ਪਤਾ ਹੁੰਦਾ ਪਿੱਛਾ ਕੀ ਹਸ਼ਰ ਹੋਇਆ ਹੁੰਦਾ। ਪੁਲਿਸ ਰਾਤ ਨੂੰ ਪੰਮਦੀ ਚੌਕ ਤੇ ਆਗਾ, ਫੌਜ ਪੰਮਦੀ ਚੌਕ ਤੇ ਆਗਾ। ਬਿਲਕੁਲ ਬਿਲਕੁਲ ਨਾ ਜੀ, ਕੋਈ ਇੱਜ਼ਤ, ਕੋਈ ਇੱਜ਼ਤ। खुदा दे बाद यही चाहने हैं पैगाम ये है ये इंसान अगर होवे ना इंसान मुसलमान है, मुसलमान के बारे सुने पाकिस्तान का मतलब है ला इलाहा इल्लल्लाह मुहम्मद ਮੁਹੰਮਦ रसूल। अच्छा ये कलमा रोकण वास्ते अमरीका ने आखा पाकिस्तान का ना ही लेना है तो ला इलाहा इल्लल्लाह मुहम्मद रसूल ना लवो। हुण मैनूं दसो कित्थे असीं जाइए ते ओह करदे पैन। ख्वाजा आसिफ वजीर दफा माशाअल्लाह उत्थे इंटरव्यू दे रही है, उन्होंने तो पूछा ने जनाब तुहाडे ते आखे पीटीआई च की फर्क है? उस आखा जो तो इस्लाम पसंद है तो फलाना है, तो वो बड़े मुहब्बते वतन है तो फलाना नहीं। उस आखा ते तुसीं, उस आखा असीं तुहाडे नाल दे। हुण मैनूं दसो मुसलमान तो उत्थे ना होए ना। हुण चर्च दे विच ओह आंदा मैं चर्च दे विच नमाज पढ़ी है, नमाज पढ़। कोई ईसाई खड़ा तो मेरे तो नाराज़ ना होए, गल करदा चर्च दे विच नमाज नहीं होंदी। ओह आंदा मैं ईद दी नमाज चर्च च पढ़ी है। वो केड़ा बेगैरत है जेड़ा ईद दी नमाज चर्च च पढ़दा है। वजीर दफा होते यार। चलें जी, ਅਸੀਂ ਤੇ ਤੁਹਾਡਾ ਜਿਹੜਾ ਪੈਗਾਮ ਹੈ ਨਾ ਉਹ ਹਕੂਮਤ ਤੱਕ ਪਹੁੰਚਾ ਦਿੱਤਾ ਹੈ। ਜਾਣਾ ਚਾਹੀਦਾ ਬਿਲਕੁਲ ਬਿਲਕੁਲ, ਗਰੀਬਾਂ ਦਾ ਜ਼ਰੂਰ ਸੋਚਣਗੇ। ਤੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਅਸੀਂ ਵਾਈਂਡ ਅਪ ਕਰਨਾ ਹੈ, ਤੇ ਤੁਸੀਂ ਦੱਸੋ ਹੁਣ। ਮੈਂ ਜਨਾਬ ਇਹ ਚਾਹਨਾ ਇਹ ਜਿਹੜੀ ਹਕੂਮਤ ਹੈ ਪੰਜਾਬ ਆ ਬਾਰ-ਬਾਰ ਦਫਾ 44 ਅਸੀਂ ਤੁਹਾਡੇ ਹਾਂ ਤੇ ਖੜੋ ਤੇ ਮਜ਼ਦੂਰੀ ਕਮਾਉਣ ਵਾਲੇ ਆ, ਸਾਨੂੰ ਹੀ ਚੁੱਕ ਤੇ ਥਾਣੇ 'ਚ ਸੁੱਟ ਦਿੰਦੇ ਨੇ ਕਿ ਜਨਾਬ ਇਹ ਕਿਉਂ ਚਾਰ ਮਜ਼ਦੂਰ ਖੜੇ ਨੇ। ਉਹਨਾਂ ਵੇਖੋ ਨਾ ਆਪਾਂ ਚਾਰ ਖੜੇ ਆ ਦਫਾ 44। ਹੁਣ ਉਹ ਕਮਿਸ਼ਨਰ ਤੱਕ ਵੀ ਹੋ ਗਈ ਹੈ ਜਨਾਬ, ਕਮਿਸ਼ਨਰ ਹਰ ਜ਼ਿਲ੍ਹੇ ਦਾ ਉਹ ਦਫਾ 44 ਵੀ ਲਾ ਸਕਦਾ। ਚਲੇ ਜੀ, ਮਰ ਜਾਂਦਾ ਬਿਲਕੁਲ। ਚਲੋ ਜੀ, ਅਸੀਂ ਤੁਹਾਡਾ ਪੈਗਾਮ ਹਕੂਮਤ ਤੱਕ ਪਹੁੰਚਾ ਦਿੱਤਾ ਹੈ। ਹੁਣ ਉਹਨਾਂ ਦਾ ਫਰਜ਼ ਬਣਦਾ ਹੈ ਕਿ ਗਰੀਬਾਂ ਦੇ ਬਾਰੇ 'ਚ ਸੋਚਣ। ਠੀਕ ਹੈ, ਗਰੀਬਾਂ ਦੀ ਰੋਡ ਬਲਾਕ ਕਰਨ ਵੇਖੋ ਨਾ। ਨਹੀਂ ਨਹੀਂ, ਇਹ ਜ਼ਰੂਰ ਤੁਸੀਂ ਇਹਨਾਂ ਦੀ ਸੁਣੋ, ਇਹਨਾਂ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਆਸਾਨ ਕਰੋ, ਇਹਨਾਂ ਦੀ ਸੁਣੋ, ਕਿਉਂਕਿ ਇਹ ਤੁਹਾਡੇ ਅੱਗੇ ਇਲਤਜਾ ਕਰਦੇ ਪਏ ਨੇ। ਸਾਡੇ ਵੀ ਹੱਥ ਜੁੜੇ ਨੇ ਤੁਹਾਡੇ ਅੱਗੇ, ਗਰੀਬਾਂ ਦੀ ਸੁਣੋ।